प्रधानमंत्री जस्टिन ट्रूडो द्वारा कैबिनेट ਦੇ ਵਿੱਚ ਬਹੁਤ ਬੜਾ ਫੇਰ ਬਦਲ ਜਿਹੜਾ ਹੈ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਦਾ ਇਹ ਸਭ ਤੋਂ ਬੜਾ ਫੇਰ ਬਦਲ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਜਦੋਂ ਵੀ ਕਦੇ ਹੋਣਗੀਆਂ ਉਹਦੀ ਤਿਆਰੀ ਇਹ ਸਮਝੀ ਜਾ ਰਹੀ ਹੈ। ਪ੍ਰਧਾਨਮੰਤਰੀ ਜਸਟਿਨ ਟਰੂਡੋ ਦੁਆਰਾ ਇਸ ਕੈਬਨਿਟ ਫੇਰ ਬਦਲ ਦੇ ਵਿੱਚ ਬਹੁਤ ਬੜੇ ਚਿਹਰੇ ਜਿਹੜੇ ਆ, ਬੜੇ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਕੈਬਨਿਟ ਤੋਂ ਬਾਹਰ ਹੋ ਗਏ ਨੇ। 7 ਨਵੇਂ ਚਿਹਰੇ, 7 ਨਿਊ ਫੇਸਿਸ, 7 ਨਵੇਂ ਚਿਹਰੇ ਜਿਹਨੇ ਉਹ ਸ਼ਾਮਿਲ ਕੀਤੇ ਗਏ ਨੇ। ਸ਼ੁਰੂਆਤ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਰਹਿ ਚੁੱਕੇ ਅਨੀਤਾ ਆਨੰਦ ਜੀ। ਜੀ ਹਾਂ, ਉਹਨਾਂ ਡਿਫੈਂਸ ਮਿਨਿਸਟਰ ਸੀਗੇ, ਲੇਕਿਨ ਹੁਣ ਕੈਨੇਡਾ ਦੀ ਡਿਫੈਂਸ ਮਿਨਿਸਟਰੀ ਦੀ ਬਜਾਏ ਉਹਨਾਂ ਨੂੰ ਟ੍ਰੇਰੀ ਬੋਰਡ ਦਾ ਜਿਹੜਾ ਕੰਮ ਹੈ ਉਹ ਸੰਭਾਲਿਆ ਗਿਆ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੈਨੇਡਾ ਦੇ ਵਿੱਚ 2019 ਦੇ ਵਿੱਚ ਪਹਿਲੀ ਵਾਰੀ ਇਲੈਕਟ ਹੋਏ ਸੀਗੇ ਅਨੀਤਾ ਆਨੰਦ ਜੀ। ਉਸ ਸਮੇਂ ਮਿਨਿਸਟਰ ਫॉर ਪ੍ਰੋਕਿਊਰਮੈਂਟ ਸੀਗੇ। 2019 ਦੇ ਵਿੱਚ ਇਲੈਕਸ਼ਨ ਦੇ ਫੌਰਨ ਬਾਅਦ ਹੀ ਕੋਵਿਡ ਆ ਗਿਆ ਔਰ ਉਸ ਦਰਮਿਆਨ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਐਜ਼ ਅ ਪ੍ਰੋਕਿਊਰਮੈਂਟ ਮਿਨਿਸਟਰ, ਕਿਉਂਕਿ ਚਾਹੇ ਵੈਕਸੀਨਸ ਨੂੰ ਲੈ ਕੇ ਆਉਣ ਦੀ ਗੱਲ ਸੀਗੀ ਜਾਂ ਹੋਰ ਬਹੁਤ ਸਾਰੀਆਂ ਸਪਲਾਈਜ਼ ਲੈ ਕੇ ਆਉਣ ਦੀ ਗੱਲਬਾਤ ਸੀਗੀ, ਉਹਦੇ ਵਿੱਚ ਵਧੀਆ ਰੋਲ ਅਦਾ ਕੀਤਾ ਅਨੀਤਾ ਆਨੰਦ ਜੀ ਨੇ, ਜਿਹਦੀ ਬਦੌਲਤ ਕਿ ਅਨੀਤਾ ਆਨੰਦ ਹੋਣਾ ਨੂੰ ਇੱਕ ਹੋਰ ਇੰਪੋਰਟੈਂਟ ਪੋਰਟਫੋਲੀਓ ਯਾਨੀ ਕਿ ਡਿਫੈਂਸ ਮਿਨਿਸਟਰ ਦਾ ਪੋਰਟਫੋਲੀਓ ਦਿੱਤਾ ਗਿਆ। ਡਿਫੈਂਸ ਮਿਨਿਸਟਰ ਕਿਉਂਕਿ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨਸ ਲੱਗ ਰਹੇ ਸੀਗੇ, ਹੋਰ ਬਹੁਤ ਸਾਰੇ ਚੈਲੰਜਸ ਡਿਫੈਂਸ ਦੇ ਸਾਹਮਣੇ ਸੀਗੇ, ਸੋ ਅਨੀਤਾ ਆਨੰਦ ਹੋਣਾ ਨੂੰ ਇਹ ਚੈਲੰਜਿੰਗ ਪੋਰਟਫੋਲੀਓ ਦਿੱਤਾ ਗਿਆ ਔਰ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਡਿਫੈਂਸ ਦੇ ਵਿੱਚ ਕਾਰਗੁਜ਼ਾਰੀ ਬਹੁਤ ਚੰਗੀ ਰਹੀ। ਅਸੀਂ ਦੱਸ ਦਈਏ ਕਿ ਪਹਿਲੀ ਮਹਿਲਾ ਡਿਫੈਂਸ ਮਿਨਿਸਟਰ ਬਣੇ ਨੇ ਕੈਨੇਡਾ ਦੀ ਹਿਸਟਰੀ ਦੇ ਵਿੱਚ ਅਨੀਤਾ ਆਨੰਦ ਜੀ ਔਰ ਕਾਫੀ ਵਿਜ਼ੀਬਲ ਵੀ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਜੇ ਅਸੀਂ ਫੋਰਨ ਟੂਰ ਦੀ ਗੱਲ ਕਰੀਏ ਤਾਂ 2 ਚਿਹਰੇ ਲਗਾਤਾਰ ਵਿਜ਼ੀਬਲ ਰਹੇ ਨੇ। ਇੱਕ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਲਗਾਤਾਰ ਨਜ਼ਰ ਆਉਂਦੇ ਰਹੇ ਨੇ ਫੋਰਨ ਮਿਨਿਸਟਰ ਮੈਲਨੀ ਜੋਲੀ, ਔਰ ਫੋਰਨ ਮਿਨਿਸਟਰ ਮੈਲਨੀ ਜੋਲੀ ਨੇ ਆਪਣਾ ਪੋਰਟਫੋਲੀਓ ਜਿਹੜਾ ਬਰਕਰਾਰ ਰੱਖਿਆ। ਦੂਸਰਾ ਚਿਹਰਾ ਜੋ ਲਗਾਤਾਰ ਨਜ਼ਰ ਆਉਂਦਾ ਸੀਗਾ ਫੋਰਨ ਟੂਰ ਦੇ ਉੱਤੇ, ਪ੍ਰੈਸ ਕਵਰੇਜ ਵੀ ਬੜੀ ਮਿਲਦੀ ਸੀਗੀ, ਉਹ ਮਿਨਿਸਟਰ ਅਨੀਤਾ ਆਨੰਦ। ਹੁਣ ਮਿਨਿਸਟਰ ਅਨੀਤਾ ਆਨੰਦ ਨੂੰ ਬਣਾ ਦਿੱਤਾ ਗਿਆ ਹੈਗਾ ਟ੍ਰੇਰੀ ਬੋਰਡ ਦੀ ਪ੍ਰੈਜ਼ੀਡੈਂਟ। ਹਾਲਾਂਕਿ ਪੋਰਟਫੋਲੀਓ ਇਹ ਵੀ ਇੰਪੋਰਟੈਂਟ ਹੈ ਟ੍ਰੇਰੀ ਬੋਰਡ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ, ਲੇਕਿਨ ਡਿਫੈਂਸ ਮਿਨਿਸਟਰ ਦਾ ਪੋਰਟਫੋਲੀਓ ਜ਼ਿਆਦਾ ਪ੍ਰੈਸ ਕਵਰੇਜ ਉਹਨੂੰ ਮਿਲਦੀ ਸੀਗੀ, ਜ਼ਿਆਦਾ ਰਿਕਗਨਾਈਜੇਸ਼ਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਕੈਨੇਡਾ ਦੀ ਨੈਸ਼ਨਲ ਮੀਡੀਆ 'ਚ ਕਵਰੇਜ ਜ਼ਿਆਦਾ ਮਿਲਦੀ ਸੀਗੀ। ਆਖਿਰਕਾਰ ਇਹਦਾ ਕੀ ਕਾਰਨ ਬਣਿਆ? ਮੰਨਿਆ ਜਾ ਰਿਹਾ ਹੈਗਾ ਕਿ ਜਸਟਿਨ ਟਰੂਡੋ ਹੋਣਾ ਤੋਂ ਬਾਅਦ ਜੋ ਅਗਲੀ ਲੀਡਰਸ਼ਿਪ ਰੇਸ ਹੋਣੀ ਹੈ ਉਹਦੇ ਵਿੱਚ ਬਹੁਤ ਸਾਰੇ ਦਾਅਵੇਦਾਰ ਨਜ਼ਰ ਆ ਰਹੇ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਮਿਨਿਸਟਰ ਅਨੀਤਾ ਆਨੰਦ ਜਿਹੜੇ ਨੇ ਲਿਬਰਲ ਪਾਰਟੀ ਦੇ ਅਗਲੇ ਲੀਡਰ ਬਣਨ ਦੇ ਖੁਆਇਸ਼ਮੰਦ ਵੀ ਨਜ਼ਰ ਆ ਰਹੇ ਨੇ ਔਰ ਉਹਦੇ ਵਾਸਤੇ ਉਹਨਾਂ ਦੀ ਕੈਂਪੇਨ ਕੁਝ ਹੱਦ ਤੱਕ ਸ਼ੁਰੂ ਹੋ ਚੁੱਕੀ ਸੀਗੀ। ਸ਼ਾਇਦ ਇਸ ਗੱਲ ਦੀ ਖਬਰ ਜਿਹੜੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸੀਗੀ, ਜਿਸ ਦੇ ਕਾਰਨ ਕਿ ਇਸ ਪੋਰਟਫੋਲੀਓ ਦੇ ਵਿੱਚ ਅਹਿਮ ਤਬਦੀਲੀ ਕੀਤੀ ਗਈ ਹੈ। ਮਿਨਿਸਟਰ ਅਨੀਤਾ ਆਨੰਦ ਜਿਨ੍ਹਾਂ ਨੂੰ ਹੁਣ ਟ੍ਰੇਰੀ ਬੋਰਡ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਹੈਗਾ, ਉਹਨਾਂ ਦੀ ਜਗ੍ਹਾ ਹੁਣ ਡਿਫੈਂਸ ਮਿਨਿਸਟਰ ਦਾ ਕੰਮ ਸੰਭਾਲਣਗੇ। ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਨਾਲ ਜੁੜੇ ਨੇ, ਵੱਖ-ਵੱਖ ਪੋਰਟਫੋਲੀਓਜ਼ ਵੀ ਰਹੇ ਨੇ, ਪਬਲਿਕ ਸੇਫਟੀ ਮਿਨਿਸਟਰ ਦੇ ਤੌਰ ਤੇ ਵੀ ਰਹਿ ਚੁੱਕੇ ਨੇ। ਬਿਲ ਬਲੇਅਰ ਜਿਹੜੇ ਨੇ ਉਹਨਾਂ ਨੂੰ ਹੁਣ ਡਿਫੈਂਸ ਮਿਨਿਸਟਰ ਬਣਾਇਆ ਗਿਆ। ਯਾਦ ਰਹੇ ਕਿ ਟੋਰਾਂਟੋ ਪੁਲਿਸ ਚੀਫ ਵੀ ਉਹ ਰਹਿ ਚੁੱਕੇ ਨੇ ਔਰ ਬਿਲ ਬਲੇਅਰ ਸਾਹਿਬ ਲਗਾਤਾਰ ਪੋਰਟਫੋਲੀਓ ਦੇ ਵਿੱਚ ਪਹਿਲਾਂ ਜੂਨੀਅਰ ਮਿਨਿਸਟਰ, ਫਿਰ ਫੁੱਲ ਕੈਬਨਿਟ ਪੋਜੀਸ਼ਨ ਔਰ ਹੁਣ ਡਿਫੈਂਸ ਮਿਨਿਸਟਰ ਦਾ ਪੋਰਟਫੋਲੀਓ ਜਿਹੜਾ ਹੈ ਬਿਲ ਬਲੇਅਰ ਹੋਣਾ ਨੂੰ ਮਿਲਿਆ ਹੈ। ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹਾਂ ਜੋ ਹੋਰ ਅਹਿਮ ਤਬਦੀਲੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ 4 ਮੰਤਰੀ ਪਹਿਲਾਂ ਹੀ ਕਹਿ ਚੁੱਕੇ ਸੀਗੇ ਕਿ ਜੀ ਅਸੀਂ ਦੁਬਾਰਾ ਇਲੈਕਸ਼ਨ ਨਹੀਂ ਲੜਨੀ, ਜਿਸ ਦੇ ਕਾਰਨ ਕਿ ਉਹਨਾਂ ਨੂੰ ਕੈਬਨਿਟ ਦੇ ਦੁਆਰਾ ਸ਼ਾਮਿਲ ਨਹੀਂ ਕੀਤਾ ਗਿਆ। ਟਰਾਂਸਪੋਰਟ ਮੰਤਰੀ ਓਮਰ ਅਲ ਗਾਬਰਾ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਨੇ। ਮਿਸਿਸਾਗਾ ਜਾਂ GTA ਦੀ ਗੱਲ ਕਰੀਏ ਤੇ ਬਹੁਤ ਸਟਰੋਂਗ ਉਹਨਾਂ ਦਾ ਪੋਰਟਫੋਲੀਓ ਸੀਗਾ, ਲੇਕਿਨ ਓਮਰ ਅਲ ਗਾਬਰਾ ਸਾਹਿਬ ਨੇ ਐਲਾਨ ਕਰਤਾ ਕਿ ਹੁਣ ਉਹ ਦੁਬਾਰਾ ਇਲੈਕਸ਼ਨ ਨਹੀਂ ਲੜਨਗੇ, ਜਿਸ ਦੇ ਚੱਲਦਿਆਂ ਕਿ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ। ਫਿਸ਼ਰੀਜ਼ ਮਿਨਿਸਟਰ ਜੋਇਸ ਮੋਰੇ ਉਹ ਵੀ ਐਲਾਨ ਕਰ ਚੁੱਕੇ, ਉਹਨਾਂ ਨੂੰ ਵੀ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਇਸ ਤੋਂ ਇਲਾਵਾ ਮਿਨਿਸਟਰ ਹੈਲੇਨਾ ਜੈਕੈਕ ਔਰ ਉਹਨਾਂ ਨੇ ਵੀ ਮਨਾ ਕਰ ਦਿੱਤਾ ਕਿ ਇਲੈਕਸ਼ਨ ਨਹੀਂ ਲੜਨੀ। ਮਿਨਿਸਟਰ ਕੈਵਲਿਨ ਬੈਨਟ ਉਹਨਾਂ ਨੇ ਵੀ ਮਨਾ ਕਰ ਦਿੱਤਾ ਕਿ ਇਲੈਕਸ਼ਨ ਨਹੀਂ ਲੜਨੀ, ਜਿਸ ਦੇ ਕਾਰਨ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਹੁਣ ਜਗ੍ਹਾ ਜਿਹੜੀ ਆ ਉਹ ਨਹੀਂ ਮਿਲੀ। ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਤੋਂ ਇਲਾਵਾ 3 ਹੋਰ ਮੰਤਰੀ ਨੇ ਜਿਨ੍ਹਾਂ ਨੂੰ ਕਿ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉਹਦੇ ਵਿੱਚ ਜਸਟਿਸ ਮਿਨਿਸਟਰ ਡੇਵਿਡ ਲਿਬਰਟੀ, ਟ੍ਰੇਰੀ ਬੋਰਡ ਦੇ ਪ੍ਰੈਜ਼ੀਡੈਂਟ ਮੋਨਾ ਫੋਰਟੀਏ, ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੋਚੀਨੋ ਔਰ ਅਸੀਂ ਇਹ ਦੱਸ ਦਈਏ ਕਿ ਇਸ ਤੋਂ ਇਲਾਵਾ 7 ਨਵੇਂ ਚਿਹਰੇ ਜਿਨ੍ਹਾਂ ਨੂੰ ਕਿ ਜਗ੍ਹਾ ਮਿਲੀ ਹੈ। 7 ਨਵੇਂ ਚਿਹਰਿਆਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਆ ਆਰਿਫ ਵਿਰਾਨੀ ਹੋਣਾ ਦਾ। ਆਰਿਫ ਵਿਰਾਨੀ ਕੌਣ ਨੇ? ਅਸੀਂ ਦੱਸ ਦਈਏ ਕਿ ਆਰਿਫ ਵਿਰਾਨੀ ਪਹਿਲਾਂ ਪੇਸ਼ੇ ਤੋਂ ਵਕੀਲ ਰਹਿ ਚੁੱਕੇ ਨੇ। ਆਰਿਫ ਵਿਰਾਨੀ ਹੋਣਾ ਦਾ ਜਨਮ ਹਾਲਾਂਕਿ ਯੂਗਾਂਡਾ ਅਫਰੀਕਾ ਦੇ ਵਿੱਚ ਹੋਇਆ, ਲੇਕਿਨ ਉਹਨਾਂ ਦੇ ਸੰਬੰਧ ਜਿਹੜੇ ਨੇ ਉਹ ਅਹਿਮਦਾਬਾਦ ਗੁਜਰਾਤ ਦੇ ਨਾਲ ਦੱਸੇ ਜਾਂਦੇ ਨੇ। ਅਸੀਂ ਦੱਸ ਦਈਏ ਕਿ ਇਸਮਾਈਲੀ ਮੁਸਲਿਮ ਭਾਈਚਾਰੇ ਦੇ ਨਾਲ ਉਹਨਾਂ ਦਾ ਸੰਬੰਧ ਹੈ ਔਰ ਇੱਥੇ ਕੈਨੇਡਾ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਪੜ੍ਹਾਈ ਵੀ ਉਹਨਾਂ ਨੇ ਕੀਤੀ ਹੈਗੀ ਹੈ ਔਰ ਇੱਥੇ ਦੱਸ ਦਈਏ ਕਿ ਯੂਨੀਵਰਸਿਟੀ ਆਫ ਟੋਰਾਂਟੋ ਫੈਕਲਟੀ ਆਫ ਲਾਅ ਉੱਥੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਔਰ ਕਿਉਂਕਿ ਵਕਾਲਤ ਦੇ ਨਾਲ ਉਹਦਾ ਸੰਬੰਧ ਰਹਿ ਚੁੱਕਾ ਹੈ, ਜਿਸ ਦੇ ਕਾਰਨ ਕਿ ਡੇਵਿਡ ਲਿਬਰਟੀ ਤੋਂ ਬਾਅਦ ਬੜਾ ਵੱਡਾ ਪੋਰਟਫੋਲੀਓ ਉਹਨਾਂ ਨੂੰ ਲਾਅ ਮਿਨਿਸਟਰ ਦਾ, ਜਸਟਿਸ ਮਿਨਿਸਟਰ ਦਾ ਜਿਹੜਾ ਹੈ ਉਹ
ਦਿੱਤਾ ਗਿਆ ਹੈ ਆਰਿਫ ਵਿਰਾਨੀ ਹੋਣਾ ਨੂੰ। ਔਰ ਅਸੀਂ ਦੱਸ ਦਈਏ ਕਿ ਇਹਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਕਿ ਇੰਡੀਅਨ ਓਰੀਜਨ ਦੇ ਜੇ ਅਸੀਂ ਮੈਂਬਰ ਪਾਰਲੀਮੈਂਟ ਜਾਂ ਕੈਬਨਿਟ ਮਿਨਿਸਟਰ ਦੀ ਗੱਲ ਕਰੀਏ ਤੇ ਇੰਡੀਅਨ ਓਰੀਜਨ ਦੇ ਕੈਬਨਿਟ ਮਿਨਿਸਟਰਸ ਦੇ ਵਿੱਚ ਅਸੀਂ ਦੱਸ ਦਈਏ ਕਿ ਕੈਬਨਿਟ ਦੇ ਵਿੱਚ ਬਰਕਰਾਰ, ਹਾਲਾਂਕਿ ਕੁਝ ਹੋਰ ਐਡੀਸ਼ਨਲ ਕੰਮ ਵੀ ਦਿੱਤੇ ਗਏ ਨੇ, ਡਾਇਵਰਸਿਟੀ ਇਨਕਲੂਜਨ ਦਾ ਪੋਰਟਫੋਲੀਓ ਵੀ ਦਿੱਤਾ ਗਿਆ। ਸੋ ਕਮਲ ਖਹਿਰਾ ਜੀ ਜੋ ਲਗਾਤਾਰ ਕੈਬਨਿਟ ਦੇ ਵਿੱਚ ਬਰਕਰਾਰ ਨੇ, ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਨੇ। ਅਸੀਂ ਦੱਸ ਦਈਏ ਕਿ ਬਹੁਤ ਲੰਬੇ ਸਮੇਂ ਤੋਂ ਬਰੈਂਪਟਨ ਵੈਸਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਮਲ ਖਹਿਰਾ, ਔਰ ਪੋਰਟਫੋਲੀਓ ਦੇ ਵਿੱਚ ਉਹਨਾਂ ਨੂੰ ਬਰਕਰਾਰ ਰੱਖਿਆ ਗਿਆ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਆਰਿਫ ਵਿਰਾਨੀ, ਕਮਲ ਖਹਿਰਾ, ਔਰ ਨਾਲ ਹੀ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹੈਗੇ ਕਿ ਤੀਸਰੇ ਜਿਹੜੇ ਇੰਡੀਅਨ ਓਰੀਜਨ ਦੇ ਕੈਬਨਿਟ ਮੰਤਰੀ ਨੇ ਅਨੀਤਾ ਆਨੰਦ ਜੀ, ਔਰ ਚੌਥੇ ਇੰਡੀਅਨ ਓਰੀਜਨ ਦੇ ਕੈਬਨਿਟ ਮੰਤਰੀ ਹਰਜੀਤ ਸੱਜਣ ਸਾਹਿਬ, ਉਹਨਾਂ ਦੀ ਵੀ ਕੈਬਨਿਟ ਦੇ ਵਿੱਚ ਉਹ ਬਰਕਰਾਰ ਰਹੇ ਨੇ। ਹਾਲਾਂਕਿ ਉਹਨਾਂ ਦੀ ਪੋਜੀਸ਼ਨ ਜ਼ਰੂਰ ਚੇਂਜ ਹੋਈਆਂ ਨੇ। ਯਾਦ ਰਹੇ ਕਿ ਕਿਸੇ ਸਮੇਂ ਹਰਜੀਤ ਸੱਜਣ ਸਾਹਿਬ ਜਿਹੜੇ ਨੇ ਉਹ ਵੀ ਸਾਡੇ ਇੱਥੇ ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਦਾ ਜਿਹੜਾ ਪੋਰਟਫੋਲੀਓ ਹਰਜੀਤ ਸੱਜਣ ਸਾਹਿਬ ਕੋਲ ਹੋਇਆ ਕਰਦਾ ਸੀਗਾ। ਸੋ 4 ਇੰਡੀਅਨ ਓਰੀਜਨ ਦੇ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਫਿਲਹਾਲ ਬਰਕਰਾਰ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਮਿਨਿਸਟਰ ਅਹਿਮਦ ਹੁਸੈਨ ਜਿਹੜੇ ਨੇ ਇੱਥੋਂ GTA ਤੋਂ ਮਿਨਿਸਟਰ ਨੇ ਇੰਟਰਨੈਸ਼ਨਲ ਡਿਵੈਲਪਮੈਂਟ, ਜਿਹੜਾ ਉਹਨਾਂ ਦਾ ਪੋਰਟਫੋਲੀਓ ਹੈ, ਅਸੀਂ ਦੱਸ ਦਈਏ ਕਿ ਹਾਊਸਿੰਗ ਦਾ ਪੋਰਟਫੋਲੀਓ ਉਹਨਾਂ ਕੋਲ ਸੀਗਾ। ਸੋ ਹਾਊਸਿੰਗ ਦਾ ਪੋਰਟਫੋਲੀਓ ਜਿਹੜਾ ਹੈਗਾ ਉਹ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸੀ ਸ਼ੌਨ ਫਰੇਜ਼ਰ, ਉਹਨਾਂ ਨੂੰ ਮਿਲ ਗਿਆ ਹੈਗਾ। ਸੋ ਸ਼ੌਨ ਫਰੇਜ਼ਰ ਹੁਣ ਇਮੀਗ੍ਰੇਸ਼ਨ ਮੰਤਰੀ ਦੇ ਬਜਾਏ ਹਾਊਸਿੰਗ ਦਾ ਪੋਰਟਫੋਲੀਓ ਸੰਭਾਲਣਗੇ। ਔਰ ਕੈਨੇਡਾ ਨੂੰ ਨਵੇਂ ਮਿਲੇ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ। ਸੋ ਅਸੀਂ ਦੱਸ ਦਈਏ ਕਿ ਮਾਰਕ ਮਿਲਰ ਜਿਹੜੇ ਕਿ ਲਿਬਰਲ ਪਾਰਟੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਉਹ ਵੀ ਜੁੜੇ ਹੋਏ ਨੇ, ਔਰ ਹੁਣ ਉਹਨਾਂ ਨੂੰ ਇਮੀਗ੍ਰੇਸ਼ਨ ਮੰਤਰੀ ਦਾ ਜਿਹੜਾ ਪੋਰਟਫੋਲੀਓ ਹੈ ਉਹ ਦੇ ਦਿੱਤਾ ਗਿਆ। ਮਾਰਕ ਮਿਲਰ ਹੋਣਾ ਦੇ ਬਾਰੇ ਜੇ ਅਸੀਂ ਗੱਲ ਕਰੀਏ ਤੇ ਤਕਰੀਬਨ 50 ਸਾਲ ਇਹਨਾਂ ਦੀ ਉਮਰ ਹੈਗੀ ਆ। ਔਰ ਜੇ ਅਸੀਂ ਸਿਆਸਤ ਦੀ ਗੱਲ ਕਰੀਏ ਤੇ ਅਸੀਂ ਦੱਸ ਦਈਏ ਕਿ ਟਰੂਡੋ ਸਾਹਿਬ ਨੇ ਜਦੋਂ ਪਹਿਲੀ ਵਾਰੀ ਸਿਆਸਤ ਦੇ ਵਿੱਚ ਆਏ ਸੀਗੇ ਤੇ ਮਾਰਕ ਮਿਲਰ ਹੋਣਾ ਨੇ ਉਹਨਾਂ ਦੇ ਵਾਸਤੇ ਟਰੂਡੋ ਸਾਹਿਬ ਦੇ ਨਾਲ ਬਹੁਤ ਕਰੀਬੀ ਕੰਮ ਕੀਤਾ ਹੈ। ਟਰੂਡੋ ਸਾਹਿਬ ਨੇ ਫਿਰ ਜਦੋਂ ਇਹ 2007 ਤੋਂ ਬਾਅਦ 2017 ਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਰੇਸ ਦੀ ਗੱਲ ਕਰੀਏ, ਉਸ ਸਮੇਂ ਵੀ ਮਾਰਕ ਮਿਲਰ ਜਿਹੜੇ ਨੇ ਉਹਨਾਂ ਦੇ ਨਾਲ ਸੀਗੇ। 2015 ਦੇ ਵਿੱਚ ਮਾਰਕ ਮਿਲਰ ਜਿਹੜੇ ਆ ਪਹਿਲੀ ਵਾਰੀ ਉਹਨਾਂ ਨੇ ਫੈਡਰਲ ਇਲੈਕਸ਼ਨ ਖੁਦ ਲੜੀ, ਔਰ ਮੈਂਬਰ ਪਾਰਲੀਮੈਂਟ 2015 ਦੇ ਵਿੱਚ ਪਹਿਲੀ ਵਾਰੀ ਬਣੇ ਸੀਗੇ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਪਾਰਲੀਮੈਂਟਰੀ ਸੈਕਟਰੀ ਦੀ ਅਪਾਇੰਟਮੈਂਟ ਹੋਈ ਸੀ ਪਹਿਲੀ ਵਾਰ ਉਹਨਾਂ ਦੀ 2017 ਦੇ ਵਿੱਚ, ਔਰ ਉਸ ਤੋਂ ਬਾਅਦ 2018 ਦੇ ਵਿੱਚ ਦੁਬਾਰਾ ਫਿਰ ਪਾਰਲੀਮੈਂਟਰੀ ਸੈਕਟਰੀ ਦੇ ਤੌਰ ਦੇ ਉੱਤੇ ਆਏ ਸੀਗੇ। ਫਿਰ 2019 ਦੇ ਵਿੱਚ ਪਹਿਲੀ ਵਾਰੀ ਕੈਬਨਿਟ ਮੰਤਰੀ ਬਣੇ, ਉਸ ਵੇਲੇ ਇੰਡੀਜਨਸ ਸਰਵਿਸਿਜ਼ ਦਾ ਪੋਰਟਫੋਲੀਓ ਮਿਲਿਆ ਸੀ ਮਾਰਕ ਮਿਲਰ ਨੂੰ, ਔਰ ਹੁਣ ਮਾਰਕ ਮਿਲਰ ਜਿਹੜੇ ਨੇ ਉਹ ਬਣ ਗਏ ਨੇ ਕੈਨੇਡਾ ਦੇ ਅਗਲੇ ਇਮੀਗ੍ਰੇਸ਼ਨ ਮੰਤਰੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿਹੜੇ ਇੱਕ ਹੋਰ ਸ਼ਖਸ ਸਾਊਥ ਏਸ਼ੀਅਨ ਓਰੀਜਨ ਦੀ ਜੇ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਅਸੀਂ ਹੁਣ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਤਮਿਲ ਕਮਿਊਨਿਟੀ ਤੋਂ ਹੈਗੇ ਨੇ, ਔਰ ਕਾਫੀ ਲੰਬੇ ਸਮੇਂ ਤੋਂ ਵੀ ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ ਨੇ। ਗੈਰੀ ਆਨੰਦਾ ਸੰਗਰੀ ਜਿਹੜੇ ਨੇ ਇਹ ਤਮਿਲ ਭਾਈਚਾਰੇ 'ਚ ਬਹੁਤ ਮਸ਼ਹੂਰ ਨੇ। ਇਹਨਾਂ ਨੇ ਵੀ ਵਕਾਲਤ ਜਿਹੜੀ ਹੈ ਉਹ ਕੀਤੀ ਹੋਈ ਹੈ ਯਾਰਕ ਯੂਨੀਵਰਸਿਟੀ ਤੋਂ, ਔਰ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਨਾ ਸਿਰਫ ਵਕਾਲਤ ਦੇ ਵਿੱਚ ਇਹ ਕਾਫੀ ਮਸ਼ਹੂਰ ਨੇ, ਉਸ ਤੋਂ ਇਲਾਵਾ ਸਿਆਸਤ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਬਹੁਤ ਲੰਬੇ ਸਮੇਂ ਤੋਂ ਇਹ ਜੁੜੇ ਹੋਏ ਨੇ ਲਿਬਰਲ ਪਾਰਟੀ ਦੇ ਨਾਲ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦੇਵਾਂ ਕਿ 2015 ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਇਲੈਕਸ਼ਨ ਜਿਹੜੀ ਹੈ ਉਹ ਜਿੱਤੀ ਸੀਗੀ। ਸਕਾਰਬਰੋ ਰੋਗ ਰਿਵਰ ਤੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਫੀ ਐਕਟਿਵ ਨੇ, ਮੈਂ ਜੇ ਗੱਲ ਕਰਾਂ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ। ਔਰ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਇਲੈਕਸ਼ਨ 2015 'ਚ ਪਹਿਲੀ ਵਾਰੀ ਇਲੈਕਸ਼ਨ ਜਿੱਤੀ, ਫਿਰ 2019 'ਚ ਦੁਬਾਰਾ ਇਹਨਾਂ ਨੇ ਜਿਹੜੀ ਹੈ ਇਹ ਇਲੈਕਸ਼ਨ ਜਿਹੜੀ ਜਿੱਤੀ ਹੈਗੀ ਹੈ। ਔਰ ਹੁਣ ਜਿਹੜੇ ਨੇ ਮਿਨਿਸਟਰ ਆਫ ਕਰਾਊਨ ਇੰਡੀਜਨਸ ਰਿਲੇਸ਼ਨ ਜਿਹੜੇ ਆ ਇਹਦਾ ਪੋਰਟਫੋਲੀਓ ਉਹਨਾਂ ਨੂੰ ਮਿਲਿਆ। ਸੋ ਜੇ ਅਸੀਂ ਓਵਰਆਲ ਅੱਜ ਸਾਊਥ ਏਸ਼ੀਅਨ ਭਾਈਚਾਰੇ ਤੋਂ ਗੱਲ ਕਰੀਏ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ 5 ਮੰਤਰੀ ਜਿਹੜੇ ਨੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਨੇ, ਔਰ 1 ਜਿਹੜੇ ਨੇ ਤਮਿਲ ਭਾਈਚਾਰੇ ਤੋਂ ਨੇ, ਔਰ 4 ਇੰਡੀਅਨ ਓਰੀਜਨ ਦੇ ਭਾਈਚਾਰੇ ਤੋਂ ਇਸ ਵੇਲੇ ਕੈਬਨਿਟ ਦੇ ਵਿੱਚ ਮੰਤਰੀ ਇਸ ਵੇਲੇ ਮੌਜੂਦ ਨੇ। ਕਰਨਾ ਚਾਹਾਂਗੇ ਕਿ ਡਿਪਟੀ ਪ੍ਰਾਈਮ ਮਿਨਿਸਟਰ ਔਰ ਫਾਈਨੈਂਸ ਮਿਨਿਸਟਰੀ ਦਾ ਜਿਹੜਾ ਪੋਰਟਫੋਲੀਓ ਹੈਗਾ ਉਹ ਬਰਕਰਾਰ ਰਿਹਾ ਕਿ ਟਰੂਡੋ ਸਾਹਿਬ ਦੇ ਕਾਫੀ ਕਰੀਬੀ ਵੀ ਮੰਨੇ ਜਾਂਦੇ ਨੇ। ਸੋ ਕ੍ਰਿਸਟੀਆ ਫਰੀਲੈਂਡ ਜਿਹੜੇ ਨੇ ਉਹਨਾਂ ਦੇ ਪੋਰਟਫੋਲੀਓ 'ਚ ਕੋਈ ਤਬਦੀਲੀ ਨਹੀਂ ਹੋਈ। ਇਸੇ ਤਰ੍ਹਾਂ ਫਰਾਂਸਵਾ ਫਿਲਿਪੀ ਸ਼ੈਂਪੇਨ ਜਿਹੜੇ ਨੇ ਉਹ ਇੰਡਸਟਰੀ ਮਿਨਿਸਟਰ ਦੇ ਤੌਰ ਦੇ ਉੱਤੇ ਬਰਕਰਾਰ ਰਹੇ ਨੇ। ਪੈਟੀ ਹੈਜੂ ਜਿਹੜੇ ਨੇ ਉਹ ਮਿਨਿਸਟਰ ਆਫ ਇੰਡੀਜਨਸ ਸਰਵਿਸਿਜ਼ ਬਰਕਰਾਰ। ਮਰਸੀ ਲਿਨ ਜਿਹੜੇ ਨੇ ਮਿਨਿਸਟਰ ਆਫ ਵੂਮਨ ਐਂਡ ਜੈਂਡਰ ਇਕੁਐਲਿਟੀ ਐਂਡ ਯੂਥ, ਉਹਨਾਂ ਦਾ ਪੋਰਟਫੋਲੀਓ ਜਿਹੜਾ ਉਹ ਬਰਕਰਾਰ ਹੈ। ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਮੈਲਨੀ ਜੋਲੀ, ਪਹਿਲਾਂ ਹੀ ਪਤਾ ਸੀਗਾ ਕਿ ਫੋਰਨ ਅਫੇਅਰਸ ਮਿਨਿਸਟਰੀ ਦਾ ਪੋਰਟਫੋਲੀਓ ਉਹਨਾਂ ਕੋਲ ਰਹੇਗਾ। ਔਰ ਇਸੇ ਤਰ੍ਹਾਂ ਫਿਲੋਮੇਨਾ ਟੈਸੀ ਜਿਹੜੇ ਨੇ ਉਹ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫॉर ਸਦਰਨ ਓਨਟਾਰੀਓ ਮਿਨਿਸਟਰੀ ਉਹਨਾਂ ਦੀ ਬਰਕਰਾਰ ਹੈ। ਇਸ ਤੋਂ ਇਲਾਵਾ ਅਸੀਂ ਗੱਲ ਕਰਨਾ ਚਾਹਾਂਗੇ ਕਿ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਤੋਂ, ਜਾਂ ਖਾਸ ਕਰ ਜੇ ਹੁਣ ਮੈਂ ਗੱਲ ਕਰਾਂ ਬਰੈਂਪਟਨ ਜਾਂ ਮਿਸਿਸਾਗਾ ਦੀ, ਕਮਲ ਖਹਿਰਾ ਜਿਹੜੇ ਨੇ ਉਹ ਕਾਫੀ ਪ੍ਰੋਮੀਨੈਂਟ ਰਹੇ ਨੇ ਪਿਛਲੇ ਕੁਝ ਸਮੇਂ ਤੋਂ। ਉਹਨਾਂ ਨੂੰ ਵਧੀਆ ਪੋਜੀਸ਼ਨਸ ਜਿਹੜੀਆਂ ਨੇ ਉਹ ਮਿਲਦੀਆਂ ਰਹੀਆਂ ਨੇ। ਔਰ ਕਮਲ ਖਹਿਰਾ ਜਿਨ੍ਹਾਂ ਨੂੰ ਕਿ ਇਸ ਸਮੇਂ ਮਿਨਿਸਟਰ ਆਫ ਡਾਇਵਰਸਿਟੀ ਇਨਕਲੂਜਨ ਐਂਡ ਪਰਸਨਸ ਵਿਦ ਡਿਸੇਬਿਲਿਟੀ, ਇੰਪੋਰਟੈਂਟ ਪੋਰਟਫੋਲੀਓ ਕਮਲ ਖਹਿਰਾ ਜੀ ਕੋਲ
ਹੁਣ ਮਿਲਿਆ। ਸਭ ਤੋਂ ਪਹਿਲਾਂ ਅੱਜ ਸਵੀਅਰਿੰਗ ਸੈਰੇਮਨੀ ਦੇ ਵਿੱਚ ਡੋਮਿਨਿਕ ਲੈਬਲਾਂਗ ਸੀਗੇ, ਜਿਨ੍ਹਾਂ ਨੂੰ ਕਿ ਮਿਨਿਸਟਰ ਆਫ ਪਬਲਿਕ ਸੇਫਟੀ, ਡੈਮੋਕ੍ਰੈਟਿਕ ਇੰਸਟੀਟਿਊਸ਼ਨ ਐਂਡ ਇੰਟਰ ਗਵਰਨਮੈਂਟਲ ਅਫੇਅਰਸ ਦਾ ਇੰਪੋਰਟੈਂਟ ਪੋਰਟਫੋਲੀਓ ਜਿਹੜਾ ਉਹ ਦਿੱਤਾ ਗਿਆ ਹੈ। ਹਰਜੀਤ ਸੱਜਣ ਜਿਹੜੇ ਹੈਗੇ ਨੇ ਉਹਨਾਂ ਨੂੰ ਐਮਰਜੈਂਸੀ ਪ੍ਰੀਪੇਅਰਡਨੈਸ ਦਾ ਹੁਣ ਪੋਰਟਫੋਲੀਓ ਹੋਏਗਾ ਹਰਜੀਤ ਸੱਜਣ ਸਾਹਿਬ ਕੋਲ, ਔਰ ਉਹ ਬਤੌਰ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਬਰਕਰਾਰ ਨੇ। ਮੈਂ ਜ਼ਿਕਰ ਕਰਨਾ ਚਾਹਾਂਗਾ ਮੈਰੀ ਐਨ ਜੀ, ਜਿਨ੍ਹਾਂ ਦੇ ਕੋਲ ਕਿ ਪਹਿਲਾਂ ਹੀ ਟ੍ਰੇਡ ਮਿਨਿਸਟਰ ਦਾ ਪੋਰਟਫੋਲੀਓ ਮੌਜੂਦ ਹੈ, ਉਹਨਾਂ ਨੂੰ ਇੱਕ ਹੋਰ ਪੋਰਟਫੋਲੀਓ ਦਿੱਤਾ ਗਿਆ, ਉਹਨਾਂ ਦੀ ਪੋਜੀਸ਼ਨ ਦੇ ਉੱਤੇ ਐਡ ਕੀਤਾ ਗਿਆ ਇਕਨੋਮਿਕ ਡਿਵੈਲਪਮੈਂਟ ਜਿਹੜਾ ਉਹ ਵੀ ਮੈਰੀ ਐਨ ਜੀ ਨੂੰ ਦਿੱਤਾ ਗਿਆ। ਕਾਫੀ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਨਾਲ ਇਹ ਵੀ ਜੁੜੇ ਹੋਏ ਨੇ ਔਰ ਕਾਫੀ ਐਕਟਿਵ ਰੋਲ ਉਹਨਾਂ ਨੇ ਕੈਬਨਿਟ ਦੇ ਵਿੱਚ ਨਿਭਾਇਆ। ਔਰ ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਜਿੱਥੇ ਅੱਜ ਰੂਡੋ ਹਾਲ ਦੇ ਵਿੱਚ ਇਹ ਸਾਰੀ ਸਵੀਅਰਿੰਗ ਸੈਰੇਮਨੀਜ਼ ਹੋਈਆਂ ਨੇ, ਇਹਦੇ ਉੱਤੇ ਡਿਟੇਲ ਰਿਪੋਰਟ ਔਰ ਸਟੋਰੀ ਬਿਹਾਈਂਡ ਦਾ ਹੈਡਲਾਈਨਸ ਕੀ ਹੈਗੀ ਆ, ਬਹੁਤ ਸਾਰੀਆਂ ਹੋਰ ਖਬਰਾਂ ਵੀ ਸਾਡੇ ਕੋਲ ਮੌਜੂਦ ਨੇ, ਉਹ ਸਾਰੀਆਂ ਅਸੀਂ ਤੁਹਾਡੇ ਲਈ ਚੈਨਲ ਵਾਲੇ ਦੇ ਉੱਤੇ ਡਿਟੇਲ ਐਨਾਲਿਸਿਸ ਜਿਹੜਾ ਉਹ ਪੇਸ਼ ਕਰਾਂਗੇ।